ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਅਰਜ਼ੀਆਂ ਦੀ ਪੂਰੀ ਪ੍ਰਕਿਰਿਆ ਵਿੱਚ ਕਿਹੜੀਆਂ ਵੱਡੀਆਂ ਤਬਦੀਲੀਆਂ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਫੈਡਰਲ ਸਰਕਾਰ ਦੇ ਵੱਲੋਂ ਕਿਵੇਂ ਇਸ ਦੇ ਉੱਤੇ ਕੰਮ ਕਰਨਾ ਕੀਤਾ ਗਿਆ ਸ਼ੁਰੂ। ਮੈਕਸੀਕੋ ਨੇ ਆਰਜ਼ੀ ਤੌਰ ਤੇ ਕੈਨੇਡਾ ਵਿੱਚ ਕੰਮ ਕਰਨ ਦੇ ਲਈ ਕਾਮੇ ਭੇਜਣ ਤੋਂ ਕੀਤਾ ਇਨਕਾਰ। ਕਿਹਾ ਪਹਿਲਾਂ ਕੋਵਿਡ-19 ਕਰਕੇ ਮੈਕਸੀਕੋ ਤੋਂ ਆਏ 2 ਕਾਮਿਆਂ ਦੀ ਮੌਤ ਬਾਰੇ ਦਵੋ ਹੋਰ ਵਿਸਥਾਰ 'ਚ ਜਾਣਕਾਰੀ। ਕੈਲਗਰੀ ਵਿੱਚ ਆਏ ਭਿਆਨਕ ਤੂਫਾਨ ਤੋਂ ਬਾਅਦ ਸਿਟੀ ਨੇ ਲਗਾਇਆ ਅੰਦਾਜ਼ਾ ਕਰੀਬ $1 ਬਿਲੀਅਨ ਦਾ ਹੋਇਆ ਨੁਕਸਾਨ। ਦੱਸਾਂਗੇ ਕਿਵੇਂ ਕੈਲਗਰੀ ਵਿੱਚ ਇਸ ਤੂਫਾਨ ਕਰਕੇ ਘਰਾਂ, ਗੱਡੀਆਂ ਤੇ ਹੋਰ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨ। ਮੈਨੀਟੋਬਾ ਵਿੱਚ 30 ਹੋਰ ਦਿਨ ਦੇ ਲਈ ਐਮਰਜੈਂਸੀ ਦਾ ਐਲਾਨ। ਤਾਂ ਦੱਸਾਂਗੇ ਵਿਨੀਪੈਗ ਤੋਂ ਕਿਹੜੇ ਬਿਜ਼ਨਸ ਨੇ ਨਿਰਾਸ਼। ਵੈਸਟ ਜੈਟ ਵੱਲੋਂ ਹੋਰ ਫਲਾਈਟਾਂ ਸ਼ੁਰੂ ਕਰਨ ਦਾ ਕੀਤਾ ਗਿਆ ਐਲਾਨ। ਖਬਰਾਂ ਵਿੱਚ ਦਵਾਂਗੇ ਹੋਰ ਜਾਣਕਾਰੀ। BC ਫੇਰੀਜ਼ ਤੇ ਇੱਕ ਕਾਮੇ ਦੀ ਫਰੇਜ਼ਰ ਨਦੀ ਵਿੱਚ ਡਿੱਗਣ ਕਰਕੇ ਹੋਈ ਮੌਤ। ਟ੍ਰਾਂਸਲਿੰਕ ਵੱਲੋਂ ਯਾਤਰੀਆਂ ਨੂੰ ਵੰਡੇ ਜਾ ਰਹੇ ਨੇ ਮਾਸਕ। ਤਾਂ ਦੱਸਾਂਗੇ ਕਿਵੇਂ ਸ਼ੁਰੂ ਕੀਤੀ ਗਈ ਹੈ ਇੱਕ ਮੁਹਿੰਮ। ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਥਾਵਾਂ ਤੇ ਸੋਮਵਾਰ ਸਵੇਰ ਤੱਕ ਪਿਆ ਭਾਰੀ ਮੀਂਹ, ਟੁੱਟੀਆਂ ਸੜਕਾਂ। ਤੇ ਅੰਤ ਵਿੱਚ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਹਰ ਸੂਬੇ ਤੋਂ ਕੀ ਹੋ ਗਏ ਨੇ ਅੰਕੜੇ। ਇਸ ਨਾਲ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਕੈਨੇਡਾ ਸਰਕਾਰ ਦੇ ਵੱਲੋਂ ਅੱਜ ਵੀ ਜ਼ਿਕਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪ੍ਰਵਾਸੀਆਂ ਦਾ ਆਉਣਾ ਕੈਨੇਡਾ ਵਿੱਚ ਉਸੇ ਤਰ੍ਹਾਂ ਜਾਰੀ ਰਹੇਗਾ। ਇਹ ਤਾਂ ਇਸ ਸਮੇਂ ਕੋਵਿਡ-19 ਦੇ ਕਰਕੇ ਜਿਹੜਾ ਹਾਲਾਤ ਵਿਗੜੇ ਨੇ ਉਸ ਦੌਰਾਨ ਕੰਮ ਹੌਲੀ ਪੈ ਗਿਆ। ਪਰ ਇੱਥੇ ਵੀ ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਟੀਚਾ ਮਿਥਿਆ ਗਿਆ ਸੀ ਕਿ 2020 ਤੋਂ ਲੈ ਕੇ ਸਾਲ 2022 ਤੱਕ 10 ਲੱਖ ਤੋਂ ਉੱਪਰ ਪ੍ਰਵਾਸੀ ਕੈਨੇਡਾ ਦੇ ਵਿੱਚ ਬੁਲਾਉਣੇ ਨੇ, ਉਹ ਟੀਚਾ ਉਸੇ ਤਰ੍ਹਾਂ ਹੀ ਤੇ ਉਸੇ ਤਰ੍ਹਾਂ ਉਸ ਨੂੰ ਪੂਰਾ ਕੀਤਾ ਜਾਵੇਗਾ। ਯਾਨੀ ਕਿ ਜਿਹੜੀਆਂ ਫਾਈਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਉਹ ਹੌਲੀ ਹੋ ਗਈ, ਜਾਂ ਫਿਰ ਜਿਹੜੀਆਂ ਫਾਈਲਾਂ ਲੋਕਾਂ ਦੇ ਵੱਲੋਂ ਲਗਾਈਆਂ ਜਾਣੀਆਂ ਨੇ ਉਹਨਾਂ ਦੀ ਪ੍ਰਕਿਰਿਆ ਅੱਗੇ ਉਸੇ ਤਰ੍ਹਾਂ ਚੱਲੇਗੀ। ਪਰ ਇਸ ਸਮੇਂ ਜੋ ਕੋਵਿਡ-19 ਦੇ ਦੌਰਾਨ ਹਾਲਾਤ ਬਣੇ ਉਸ ਦੇ ਕਰਕੇ ਉਹ ਪ੍ਰਕਿਰਿਆ ਹੌਲੀ ਜ਼ਰੂਰ ਹੋਈ, ਪਰ ਮੁੜ ਤੋਂ ਲੀਹ ਦੇ ਉੱਤੇ ਇਹ ਕੰਮ ਆ ਜਾਵੇਗਾ। ਜਿਵੇਂ ਹੀ ਹਾਲਾਤ ਮੁੜ ਤੋਂ ਸੁਧਰਦੇ ਨੇ ਤੇ ਇਸ ਦੇ ਉੱਤੇ ਕੰਮ ਜਾਰੀ ਵੀ ਹੈ। ਜਿਵੇਂ ਕਿ ਪਹਿਲਾਂ ਇੱਕਦਮ ਜਦੋਂ ਰੋਕ ਲਗਾਈ ਗਈ, ਵੱਖੋ ਵੱਖਰੀਆਂ ਇਸ ਦੇ ਉੱਤੇ ਜਦੋਂ ਹਦਾਇਤਾਂ ਲਾਈਆਂ ਗਈਆਂ, ਤਾਂ ਇਹ ਵੀ ਹੋਇਆ ਕਿ ਬਹੁਤ ਵਾਰ ਜੋ ਡਰਾਅ ਨੇ ਉਹ ਨਹੀਂ ਨਿਕਲੇ ਜਾਂ ਫਿਰ ਕਾਫੀ ਲੇਟ ਨਿਕਲੇ। ਪਰ ਹੁਣ ਐਕਸਪ੍ਰੈਸ ਐਂਟਰੀ ਵਾਸਤੇ ਵੀ ਜਿਹੜੇ ਡਰਾਅ ਨੇ ਉਹ ਨਿਕਲਣ ਲੱਗ ਪਏ ਨੇ ਪੂਰੀ ਚੰਗੀ ਤਰ੍ਹਾਂ। ਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਹਜੇ ਅਧੂਰੀਆਂ ਐਪਲੀਕੇਸ਼ਨਸ ਵੀ ਲਗਾ ਸਕਦੇ ਨੇ ਵੱਖੋ ਵੱਖਰੇ ਜੋ ਉਹਨਾਂ ਦੇ ਵੱਲੋਂ ਕੰਮ ਕਰਵਾਏ ਜਾ ਰਹੇ ਨੇ ਉਹਨਾਂ ਵਾਸਤੇ, ਜਿਨ੍ਹਾਂ ਨੂੰ ਬਾਅਦ ਵਿੱਚ ਪੂਰਾ ਕੀਤਾ ਜਾ ਸਕਦਾ। ਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮਾਂ ਵੀ ਦਿੱਤਾ ਜਾਵੇਗਾ, ਕਿਉਂਕਿ ਉਹ ਸਮਝ ਸਕਦੇ ਨੇ ਕਿ ਇਸ ਸਮੇਂ ਜੋ ਹਾਲਾਤ ਬਣੇ ਉਸ ਦੌਰਾਨ ਲੋਕਾਂ ਦੀ ਮਜਬੂਰੀ ਹੈ ਕਿ ਉਹ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕਰ ਸਕਦੇ। ਪਰ ਇਸ ਦੇ ਵਿੱਚ ਇੱਕ ਨਵੀਂ ਤਬਦੀਲੀ ਆਵੇਗੀ, ਉਸ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਵਾਸਤੇ ਫੈਡਰਲ ਸਰਕਾਰ ਨੇ ਆਪਣੀ ਵੈਬਸਾਈਟ ਦੇ ਉੱਤੇ ਇੱਕ ਨਵਾਂ ਡਾਕੂਮੈਂਟ ਵੀ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਵੈਂਡਰ ਦੀ ਲੋੜ ਹੈ। ਦਰਅਸਲ ਉਹਨਾਂ ਨੂੰ ਅਜਿਹੀਆਂ ਕੰਪਨੀਆਂ ਜਾਂ ਅਜਿਹੇ ਵਿਅਕਤੀਆਂ ਦੀ ਲੋੜ ਪੈਣੀ ਹੈ ਜਿਹੜੇ ਕਿ ਹੋਰ ਜ਼ਿਆਦਾ ਇਮੀਗ੍ਰੇਸ਼ਨ ਦੇ ਕੰਮ ਨੂੰ ਆਧੁਨਿਕ ਕਰ ਸਕਣ। ਯਾਨੀ ਕਿ ਜੋ ਇਸ ਸਮੇਂ ਪੇਪਰ ਵਰਕ ਹੁੰਦਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਆਨਲਾਈਨ ਕੀਤਾ ਜਾ ਸਕੇ। ਜੋ ਜਿਵੇਂ ਹੁਣ ਲੋਕ ਉਡੀਕ ਕਰ ਰਹੇ ਨੇ ਕਿ ਸਿਟੀਜ਼ਨਸ਼ਿਪ ਦੇ ਵਾਸਤੇ ਜਿਹੜੇ ਟੈਸਟ ਨੇ ਉਹ ਕਦੋਂ ਹੋਣੇ ਨੇ, ਤਾਂ ਉਹਨਾਂ ਦੇ ਵਾਸਤੇ ਵੀ ਇਹ ਇੱਥੇ ਅਪਣਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਨਲਾਈਨ ਹੋ ਸਕਣ। ਤੇ ਜੋ ਇੰਟਰਵਿਊਜ਼ ਹੁੰਦੀਆਂ ਨੇ ਜਾਂ ਫਿਰ ਜਿਹੜੇ ਵੱਖੋ ਵੱਖਰੇ ਦਫ਼ਤਰਾਂ ਦੇ ਵਿੱਚ ਬੁਲਾ ਕੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇੰਟਰਵਿਊਜ਼ ਕੀਤੀਆਂ ਜਾਂਦੀਆਂ ਨੇ, ਉਸ ਦੇ ਵਾਸਤੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨਾ ਜ਼ਿਆਦਾ ਹੋ ਸਕਦਾ ਇਹ ਕੰਮ ਆਨਲਾਈਨ ਹੋ ਸਕੇ, ਜਿਸ ਨੂੰ ਆਧੁਨਿਕ ਕਰਨ ਦੇ ਵਾਸਤੇ ਇਸ ਦੇ ਉੱਤੇ ਕੰਮ ਸ਼ੁਰੂ ਹੋ ਗਿਆ ਹੈ। ਤੇ ਇਸ ਆਧੁਨਿਕਤਾ ਨੂੰ ਨਾ ਸਿਰਫ ਇੱਕ ਚੀਜ਼ ਦੇ ਵਾਸਤੇ ਕੀਤਾ ਜਾ ਰਿਹਾ ਹੈ, ਸਗੋਂ ਵੱਖੋ ਵੱਖਰੀਆਂ ਚੀਜ਼ਾਂ ਦੇ ਵਾਸਤੇ, ਚਾਹੇ ਜਦੋਂ ਉਹ ਫਾਈਲ ਲਗਾਉਣੀ ਹੋਵੇ, ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ, ਜਾਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਵਾਲ ਪੁੱਛੇ ਜਾਣੇ ਹੋਣ, ਜਾਂ ਫਿਰ ਹੋਰ ਜਿਹੜੇ ਵੀ ਕੰਮ ਜਿਹੜੀਆਂ ਫਾਈਲਾਂ ਵੀ ਜਮ੍ਹਾਂ ਕਰਵਾਉਂਦੇ ਨੇ, ਬੇਸ਼ੱਕ ਉਹਨਾਂ ਨੂੰ ਆਨਲਾਈਨ ਤਾਂ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਕਈ ਵਾਰ ਇੰਟਰਵਿਊ ਆ ਜਾਂਦੀ ਹੈ ਜਿਵੇਂ, ਤਾਂ ਉਸ ਦੇ ਵਾਸਤੇ ਲੋਕਾਂ ਨੂੰ ਇਨ ਪਰਸਨ ਜਾਣਾ ਪੈਂਦਾ ਸੀ। ਤਾਂ ਉਸ ਦੇ ਵਾਸਤੇ ਵੀ ਹੁਣ ਲੱਭਿਆ ਜਾ ਰਿਹਾ ਤਰੀਕਾ ਕਿ ਜਿੰਨਾ ਹੋ ਸਕਦਾ ਕੰਮ ਆਨਲਾਈਨ ਹੋ ਜਾਵੇ ਤੇ ਜ਼ਿਆਦਾ ਜਿਹੜੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਮਿਲਣ ਦੀ ਲੋੜ ਨਾ ਪਵੇ,
ਜਿਵੇਂ ਕਿ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਤੋਂ ਬਾਅਦ ਮਾਹੌਲ ਆਮ ਵਰਗਾ ਹੋਵੇਗਾ, ਪਰ ਉਹ ਆਮ ਨਵਾਂ ਹੋਵੇਗਾ। ਯਾਨੀ ਕਿ ਨਵੇਂ ਤਰੀਕੇ ਦੇ ਨਾਲ ਮੁੜ ਤੋਂ ਕਾਨੂੰਨ ਬਣਨਗੇ, ਨਵੇਂ ਤਰੀਕੇ ਦੇ ਨਾਲ ਜੋ ਦੁਨੀਆ ਦੇ ਵਿੱਚ ਵੱਡੇ ਬਦਲਾਅ ਆਉਣਗੇ, ਉਸ ਦੇ ਵਿੱਚ ਕੋਸ਼ਿਸ਼ ਇਹੋ ਹੋਵੇਗੀ ਕਿ ਜੇਕਰ ਕੋਈ ਵੀ ਅਜਿਹਾ ਵਾਇਰਸ ਹੈ ਉਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਨਾ ਫੈਲੇ, ਤਾਂ ਉਹਨਾਂ ਦੇ ਦਰਮਿਆਨ ਵਿੱਥ ਬਣਾਈ ਰੱਖਣ ਦੇ ਵਾਸਤੇ ਕਦਮ ਚੁੱਕੇ ਜਾਣਗੇ ਤੇ ਉਸੇ ਪ੍ਰਕਿਰਿਆ ਤਹਿਤ ਇਸ ਦੇ ਲਈ ਵੀ ਫੈਸਲੇ ਲਏ ਜਾਣਗੇ। ਇਸ ਤਰ੍ਹਾਂ ਦੀ ਅਗਲੀ ਖਬਰ ਹੈ ਕਿ ਮੈਕਸੀਕੋ ਦੇ 2 ਕਾਮੇ ਕੋਵਿਡ-19 ਦੇ ਕਰਕੇ ਕੈਨੇਡਾ ਵਿੱਚ ਉਹਨਾਂ ਦੀ ਮੌਤ ਹੋ ਗਈ। ਆਰਜ਼ੀ ਤੌਰ ਦੇ ਉੱਤੇ ਆਉਂਦੇ ਕੁਝ ਹਫ਼ਤਿਆਂ ਵਿੱਚ ਮੈਕਸੀਕੋ ਨੇ ਕਾਮੇ ਹੋਰ ਭੇਜਣੇ ਸਨ, ਪਰ ਮੈਕਸੀਕੋ ਦੇ ਅੰਬੈਸਡਰ ਨੇ ਕੈਨੇਡਾ ਦੇ ਵਿੱਚ ਐਲਾਨ ਕਰ ਦਿੱਤਾ ਹੈ, ਕੈਨੇਡਾ ਸਰਕਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਜਦੋਂ ਤੱਕ ਜਿਹੜੇ ਉਹਨਾਂ ਦੇ 2 ਕਾਮਿਆਂ ਦੀ ਮੌਤ ਕੈਨੇਡਾ ਵਿੱਚ ਹੋਈ ਹੈ ਉਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਤੇ ਹੋਰ ਸਪਸ਼ਟਤਾ ਨਹੀਂ ਹੋ ਜਾਂਦੀ ਕਿ ਆਖਿਰ ਇਹੋ ਜਿਹਾ ਕੀ ਹੋਇਆ ਕਿ ਉਹਨਾਂ ਦੇ ਆਲੇ ਦੁਆਲੇ ਮਾਹੌਲ ਨੂੰ ਸੁਰੱਖਿਅਤ ਨਹੀਂ ਬਣਾਇਆ ਜਾ ਸਕਿਆ। ਜਿਹੜੀ ਥਾਂ ਦੇ ਉੱਤੇ ਉਹ ਕੰਮ ਕਰ ਰਹੇ ਸਨ ਉੱਥੇ ਕਿਸ ਤਰ੍ਹਾਂ ਕੋਵਿਡ-19 ਲੋਕਾਂ ਦਰਮਿਆਨ ਫੈਲ ਗਿਆ, ਉਸ ਨੂੰ ਲੈ ਕੇ ਹੋਰ ਜ਼ਿਆਦਾ ਜਾਣਕਾਰੀ ਮੰਗੀ ਗਈ ਹੈ। ਨਾਲ ਹੀ ਕਿਹਾ ਗਿਆ ਕਿ ਜਦੋਂ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਜਾਂਦੀ, ਮੈਕਸੀਕੋ ਆਰਜ਼ੀ ਤੌਰ ਦੇ ਉੱਤੇ ਆਪਣੇ ਕਾਮਿਆਂ ਨੂੰ ਹਜੇ ਕੈਨੇਡਾ ਨਹੀਂ ਭੇਜੇਗਾ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਖੇਤੀਬਾੜੀ ਦੇ ਕੰਮ 'ਚ ਖਾਸ ਤੌਰ ਦੇ ਉੱਤੇ ਵੱਡੀ ਗਿਣਤੀ 'ਚ ਕਾਮਿਆਂ ਦੀ ਲੋੜ ਹੈ, ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਬਾਰ-ਬਾਰ ਜ਼ਿਕਰ ਕੀਤਾ ਗਿਆ ਤੇ ਇਸ ਸਮੇਂ ਕਾਮਿਆਂ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਹੋ ਕਾਰਨ ਸੀ ਕਿ ਇਸ ਵਾਰ ਵੀ 5000 ਦੇ ਕਰੀਬ ਕਾਮੇ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਆਉਣੇ ਸੀ, ਪਰ ਫਿਲਹਾਲ ਮੈਕਸੀਕੋ ਨੇ ਉਹਨਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਤਾਂ ਨਾਲ ਹੀ ਇੱਥੇ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਮੈਕਸੀਕੋ ਦੇ ਹੁਣ ਤੱਕ 300 ਵਿਅਕਤੀ ਨੇ ਜੋ ਕੈਨੇਡਾ ਵਿੱਚ ਕੰਮ ਕਰਨ ਆਏ ਤੇ ਉਹਨਾਂ ਨੂੰ ਕੋਵਿਡ-19 ਹੋ ਗਿਆ। ਇਸ ਦੇ ਨਾਲ ਹੀ ਕੁੱਲ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੇ ਜੋ ਆਰਜ਼ੀ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਕੰਮ ਕਰਨ ਆਉਂਦੇ ਨੇ। ਤੇ ਇਸੇ ਨੂੰ ਲੈ ਕੇ ਜੋ ਵੱਖੋ ਵੱਖਰੀਆਂ ਕਿਸਾਨਾਂ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਫਿਰ ਉਹਨਾਂ ਦੇ ਜੋ ਵੱਡੇ ਫਾਰਮ ਹਾਊਸ ਨੇ, ਉਹਨਾਂ ਦੇ ਵੱਲੋਂ ਵੀ ਦਿੱਕਤਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਇਸ ਸਮੇਂ ਕੋਵਿਡ-19 ਦੇ ਕਰਕੇ ਕਾਮਿਆਂ ਦੀ ਘਾਟ ਨਾਲ ਉਹ ਨਜਿੱਠ ਰਹੇ ਨੇ ਤੇ ਜਿਸ ਦੇ ਕਰਕੇ ਹੋ ਸਕਦਾ ਹੈ ਕਿ ਪੈਦਾਵਾਰ ਦੇ ਉੱਤੇ ਵੀ ਇਸ ਦਾ ਅਸਰ ਪਵੇ, ਜਿਸ ਤੋਂ ਬਾਅਦ ਜੋ ਅਗਲੇ ਸਾਲ ਤੱਕ ਗਰੋਸਰੀ ਸਟੋਰਸ ਦੇ ਵਿੱਚ ਸਮਾਨ ਹੈ ਉਹ ਵੀ ਮਹਿੰਗਾ ਹੋ ਸਕਦਾ ਹੈ ਕਿਉਂਕਿ ਸਮਾਨ ਦੀ ਘਾਟ ਪੈ ਸਕਦੀ ਹੈ। ਤੇ ਇਸੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ, ਪਰ ਫਿਲਹਾਲ ਜੋ ਇਸ ਦੇ ਉੱਤੇ ਹੋਰ ਕੋਈ ਅਪਡੇਟ ਆਉਂਦਾ ਕਿ ਮੈਕਸੀਕੋ ਦੇ ਵੱਲੋਂ ਅੱਗੇ ਕੀ ਫੈਸਲਾ ਲਿਆ ਜਾਂਦਾ ਤੇ ਕੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਇਸ ਤਰ੍ਹਾਂ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਮੈਨੀਟੋਬਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੈਨੀਟੋਬਾ ਦੇ ਵਿੱਚ 30 ਹੋਰ ਦਿਨ ਦੇ ਵਾਸਤੇ ਐਮਰਜੈਂਸੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਉੱਥੇ ਐਮਰਜੈਂਸੀ ਵਧਾਈ ਗਈ ਹੈ ਤੇ ਬੇਸ਼ੱਕ ਮੈਨੀਟੋਬਾ 'ਚ ਮਾਮਲੇ ਨੇ ਜੋ ਕੋਵਿਡ-19 ਦੇ ਉਹ ਬਹੁਤ ਘੱਟ ਸਾਹਮਣੇ ਆ ਰਹੇ ਨੇ, ਪਰ ਫਿਰ ਵੀ ਉੱਥੇ ਐਮਰਜੈਂਸੀ ਦੇ ਵਿੱਚ ਹੋਰ ਜ਼ਿਆਦਾ 30 ਦਿਨ ਦੇ ਲਈ ਵਾਧਾ ਕਰ ਦਿੱਤਾ ਗਿਆ ਹੈ। ਮੈਨੀਟੋਬਾ ਵਿੱਚ ਸਟੇਟ ਆਫ ਐਮਰਜੈਂਸੀ ਨੂੰ ਹੋਰ 30 ਦਿਨਾਂ ਦੇ ਵਾਸਤੇ ਵਧਾ ਦਿੱਤਾ ਗਿਆ, ਜਿਸ ਦੇ ਬਾਰੇ ਅੱਜ ਹੀ ਐਲਾਨ ਕੀਤਾ ਗਿਆ। ਸੂਬੇ ਵਿੱਚ ਸਟੇਟ ਆਫ ਐਮਰਜੈਂਸੀ ਨੂੰ 20 ਮਾਰਚ ਤੋਂ ਲਾਗੂ ਕੀਤਾ ਹੋਇਆ ਹੈ। 3 ਮਹੀਨੇ ਤੋਂ ਐਮਰਜੈਂਸੀ ਲੱਗੀ ਹੋਈ ਹੈ ਤੇ ਇਸ ਤੋਂ ਪਹਿਲਾਂ ਅਪ੍ਰੈਲ 20 ਤੇ ਮਈ 17 ਨੂੰ ਵੀ ਵਧਾਈ ਗਈ ਸੀ। ਸਟੇਟ ਆਫ ਐਮਰਜੈਂਸੀ ਦੇ ਵਿੱਚ ਇਹ ਹੁੰਦਾ ਹੈ ਕਿ ਐਮਰਜੈਂਸੀ ਮੈਜਰਸ ਐਕਟ ਦੇ ਅਧੀਨ ਸੂਬੇ ਦੇ ਕੋਲ ਜ਼ਿਆਦਾ ਹੱਕ ਆ ਜਾਂਦੇ ਨੇ ਕਿ ਉਹ ਸੂਬੇ ਦੇ ਵਿੱਚ ਪੈਂਡੈਮਿਕ ਦੇ ਕਰਕੇ ਜੋ ਹਾਲਾਤ ਬਣਨ ਉਸ ਦੌਰਾਨ ਆਪਣੇ ਮੁਤਾਬਕ ਫੈਸਲੇ ਲੈ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਮੈਨੀਟੋਬਾ ਵਿੱਚ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਦੇ ਦਰਮਿਆਨ ਹੁਣ ਤੱਕ 4 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਕਿੰਨੇ ਕੇਸ ਐਕਟਿਵ ਰਹਿ ਗਏ ਨੇ ਇਸ ਦੇ ਬਾਰੇ ਤਾਂ ਅਧਿਕਾਰੀਆਂ ਨੇ ਅੱਜ ਜਾਣਕਾਰੀ ਨਹੀਂ ਦਿੱਤੀ, ਪਰ ਇਹ ਜ਼ਰੂਰ ਹੈ ਕਿ ਸ਼ੁੱਕਰਵਾਰ ਦੇ ਦਿਨ ਤੱਕ ਮੈਨੀਟੋਬਾ ਵਿੱਚ ਕੋਵਿਡ-19 ਦੇ 5 ਐਕਟਿਵ ਕੇਸ ਮੌਜੂਦ ਸਨ। ਇਸ ਦੇ ਬਾਰੇ ਚੀਫ ਪ੍ਰੋਵਿੰਸ਼ੀਅਲ ਪਬਲਿਕ ਹੈਲਥ ਆਫਿਸਰ ਡਾਕਟਰ ਬ੍ਰੈਂਟ ਰੋਸਨ ਦੇ ਵੱਲੋਂ ਹੋਰ ਜਾਣਕਾਰੀ ਵੀ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਤੋਂ ਮੈਨੀਟੋਬਾ ਦੇ ਵਿੱਚ ਹੋਰ ਜ਼ਿਆਦਾ ਐਮਰਜੈਂਸੀ ਵਧਾਉਣ ਦਾ ਐਲਾਨ ਹੋਇਆ ਤੇ ਭਾਗ 3 ਦੇ ਤਹਿਤ ਜਿਸ ਤਰ੍ਹਾਂ ਬਿਜ਼ਨੈਸਿਸ ਨੂੰ ਖੋਲ੍ਹਣ ਦੇ ਵਾਸਤੇ ਐਲਾਨ ਹੋਇਆ, ਉੱਥੋਂ ਕਈ ਵਿਨੀਪੈਗ ਦੇ ਵਿੱਚ ਨਾਈਟ ਕਲੱਬ ਤੇ ਬਾਰ ਓਨਰਸ ਦੇ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਨੇ ਕਿ ਇਸ ਦੌਰਾਨ ਸਰਕਾਰ ਦੇ ਇਸ ਪਲਾਨ ਦੇ ਵਿੱਚ ਉਹਨਾਂ ਨੂੰ ਹੋਰ ਜ਼ਿਆਦਾ ਨੁਕਸਾਨ ਹੋਵੇਗਾ, ਜਿਸ ਤੋਂ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਹੁਣ ਲੋਕਾਂ ਦਾ ਮੰਨਣਾ ਹੈ ਕਿ ਕੇਸ ਬਹੁਤ ਜ਼ਿਆਦਾ ਘੱਟ ਹੋ ਗਏ ਨੇ। ਜਿਵੇਂ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਸਿਰਫ 4 ਕੇਸ ਸਾਹਮਣੇ ਆਏ ਨੇ ਤੇ ਵਿੱਚ ਕਈ ਦਿਨ ਅਜਿਹੇ ਲੰਘੇ ਵੀ ਨੇ ਜਦੋਂ ਮੈਨੀਟੋਬਾ ਤੋਂ ਕੋਈ ਕੇਸ ਸਾਹਮਣੇ ਨਹੀਂ ਆਇਆ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਮੰਨਿਆ ਜਾ ਰਿਹਾ ਸੀ ਕਿ ਜਲਦ ਆਮ ਵਰਗਾ ਮਾਹੌਲ ਹੋ ਜਾਵੇਗਾ, ਪਰ 30 ਹੋਰ ਦਿਨ ਦੇ ਵਾਸਤੇ ਐਮਰਜੈਂਸੀ ਨੂੰ ਉੱਥੇ ਵਧਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕੁਝ ਵਪਾਰੀ ਨੇ ਜੋ ਇਸ ਦੌਰਾਨ ਕਾਫੀ ਜ਼ਿਆਦਾ ਹੋਰ ਪ੍ਰਭਾਵਿਤ ਹੋਣਗੇ ਤੇ ਜੋ ਫੇਸ 3 ਡਰਾਫਟ ਪਲਾਨ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਉੱਤੇ ਵੀ ਨਿਰਾਸ਼ਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ
ਤੇ ਵੈਸਟ ਜੈਟ ਦੇ ਵੱਲੋਂ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਜਾਣਕਾਰੀ ਜਾਰੀ ਕੀਤੀ ਗਈ ਹੈ। ਤਾਂ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਗਲੇ ਮਹੀਨੇ ਵੈਸਟ ਜੈਟ ਦੇ ਵੱਲੋਂ ਆਪਣੀ ਫਲਾਈਟਸ ਦੀ ਗਿਣਤੀ ਦੁੱਗਣੀ ਕੀਤੀ ਜਾ ਰਹੀ ਹੈ। ਕੈਲਗਰੀ ਬੇਸਡ ਇਹ ਕੰਪਨੀ ਹੈ, ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਹੋਰ ਜ਼ਿਆਦਾ ਯਾਤਰੀ ਨੇ ਜੋ ਸਫ਼ਰ ਕਰ ਸਕਦੇ ਨੇ ਕੈਨੇਡਾ ਦੇ ਵਿੱਚ ਤੇ ਨਾਲ ਹੀ ਅਮਰੀਕਾ ਦੇ ਵਿੱਚ। ਇਹਨਾਂ ਦੇ ਵਾਸਤੇ ਫਲਾਈਟਾਂ ਨੂੰ ਵਧਾਇਆ ਗਿਆ ਹੈ। 1 ਮੈਕਸੀਕੋ ਜਾਵੇਗੀ, 5 US ਜਾਣਗੀਆਂ ਤੇ 39 ਫਲਾਈਟਾਂ ਨੇ ਜੋ ਉਹ ਕੈਨੇਡਾ ਦੇ ਵਿੱਚ ਵੱਖ-ਵੱਖ ਏਅਰਪੋਰਟਸ ਦੇ ਉੱਤੇ ਜਾਣਗੀਆਂ, ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਕੈਲਗਰੀ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਮਾਸਕ ਪਾਉਣੇ ਨੇ ਉਹ ਵੀ ਲਾਜ਼ਮੀ ਕੀਤੇ ਗਏ ਨੇ ਤੇ ਕੋਵਿਡ-19 ਕਰਕੇ ਸੁਰੱਖਿਆ ਨੂੰ ਲੈ ਕੇ ਵੱਖੋ-ਵੱਖਰੀਆਂ ਹਦਾਇਤਾਂ ਨੇ ਜੋ ਸਖਤੀ ਨਾਲ ਲਾਗੂ ਕਰ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ ਜੁਲਾਈ ਤੋਂ ਲੈ ਕੇ ਅਗਸਤ ਤੱਕ ਫਿਲਹਾਲ ਗਿਣਤੀ ਫਲਾਈਟਾਂ ਦੀ ਦੁੱਗਣੀ ਕਰਨ ਦੇ ਬਾਰੇ ਉੱਥੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਅਮਰੀਕਾ ਦੇ ਵਾਸਤੇ ਵੀ ਫਲਾਈਟਾਂ ਜਾਣਗੀਆਂ ਤਾਂ ਕੈਨੇਡਾ ਦੇ ਵਿੱਚ ਵੀ ਡੋਮੈਸਟਿਕ ਫਲਾਈਟਸ ਨੇ ਜੋ ਉਹਨਾਂ ਦੇ ਵਾਸਤੇ ਵੈਸਟ ਜੈਟ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਕੈਲਗਰੀ ਦੇ ਵਿੱਚ ਭਿਆਨਕ ਤੂਫਾਨ ਦੇ ਕਰਕੇ ਸ਼ਨੀਵਾਰ ਦੀ ਸ਼ਾਮ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਸਿਟੀ ਆਫ ਕੈਲਗਰੀ ਦੇ ਵੱਲੋਂ ਇਸ ਦੇ ਉੱਤੇ ਹੁਣ ਹੋਰ ਜਾਣਕਾਰੀ ਦਿੱਤੀ ਜਾ ਰਹੀ ਹੈ। ਨੁਕਸਾਨ ਤੋਂ ਉਭਰਨ ਦੇ ਵਾਸਤੇ ਲੋਕ ਆਪੋ ਆਪਣੇ ਵੱਲੋਂ ਕੋਸ਼ਿਸ਼ਾਂ ਵਿੱਚ ਵੀ ਲੱਗ ਗਏ ਨੇ। ਘਰ ਉਹਨਾਂ ਦੇ ਕਾਫੀ ਨੁਕਸਾਨੇ ਗਏ ਨੇ। ਬਰਫ਼ ਦੇ ਗੋਲੇ ਜੋ ਉੱਪਰ ਤੋਂ ਡਿੱਗੇ ਉਸ ਦੇ ਕਰਕੇ ਘਰਾਂ ਦੀਆਂ ਛੱਤਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਸ਼ੀਸ਼ੇ ਘਰਾਂ ਦੇ ਟੁੱਟ ਗਏ, ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਨਾ ਸਿਰਫ ਸ਼ੀਸ਼ੇ ਸਗੋਂ ਘਰਾਂ ਤੇ ਗੱਡੀਆਂ ਤੇ ਹੋਰ ਇਮਾਰਤਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਗਈ ਤੇ ਲੋਕਾਂ ਦੇ ਵੱਲੋਂ ਵੀਡੀਓਜ਼ ਜੋ ਬਣਾਈਆਂ ਗਈਆਂ ਉਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਫੀ ਡਰਾਉਣੇ ਤਰੀਕੇ ਨਾਲ ਇਹ ਤੂਫਾਨ ਆਇਆ, ਜਿਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਜਿਨ੍ਹਾਂ ਦੇ ਵੱਲੋਂ ਆਪਣੀਆਂ ਗੱਡੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਲੋਕਾਂ ਵੱਲੋਂ, ਪਰ ਉਹ ਵੀ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਗੱਡੀਆਂ ਦਾ ਰੰਗ ਤੱਕ ਉਤਾਰ ਦਿੱਤਾ। ਇੰਨੀ ਜ਼ਿਆਦਾ ਜ਼ੋਰ ਨਾਲ ਜੋ ਬਰਫ਼ ਦੇ ਗੋਲੇ ਨੇ ਸੀ ਉਹ ਆਸਮਾਨ ਤੋਂ ਡਿੱਗ ਰਹੇ ਸਨ, ਜਿਸ ਨੂੰ ਕਿ ਕਾਫੀ ਖਤਰਨਾਕ ਲੋਕਾਂ ਦੇ ਲਈ ਮੰਨਿਆ ਵੀ ਗਿਆ। ਤੇ ਇਸ ਤੋਂ ਬਾਅਦ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਸਿਟੀ ਵੱਲੋਂ ਜਦੋਂ ਮੁਆਇਨਾ ਕੀਤਾ ਗਿਆ ਤਾਂ ਉਸ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ $1 ਬਿਲੀਅਨ ਤੋਂ ਜ਼ਿਆਦਾ ਦਾ ਨੁਕਸਾਨ ਸਿਟੀ ਦਾ ਹੋਇਆ ਹੈ, ਜਿਸ ਦੇ ਵਿੱਚ ਘਰਾਂ ਦੀਆਂ ਕੰਧਾਂ ਵੀ ਖਰਾਬ ਹੋ ਗਈਆਂ ਤੇ ਇਸ ਦੇ ਨਾਲ ਹੀ ਜੋ ਕੰਪਨੀਆਂ ਨੇ ਘਰਾਂ ਦਾ ਨਿਰਮਾਣ ਕਰਦੀਆਂ ਨੇ ਜਾਂ ਮੁਰੰਮਤ ਕਰਦੀਆਂ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿੱਥੇ ਇੱਕ ਪਾਸੇ ਵੀਕਐਂਡ ਦੇ ਉੱਤੇ ਉਹਨਾਂ ਨੂੰ 100 ਤੋਂ 200 ਤੱਕ ਇਨਕੁਆਇਰੀਜ਼ ਆਉਂਦੀਆਂ ਨੇ ਕਿ ਉਹਨਾਂ ਨੂੰ ਲੋੜ ਹੈ ਕੰਮ ਕਰਨ ਵਾਸਤੇ, ਤਾਂ ਇਸ ਵਾਰ ਉਹਨਾਂ ਨੂੰ 500 ਦੇ ਕਰੀਬ ਇਨਕੁਆਇਰੀਜ਼ ਆਈਆਂ। ਲੋਕਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਘਰ ਠੀਕ ਕਰਾਉਣ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਮਦਦ ਦੀ ਲੋੜ ਹੈ, ਜਿਸ ਦੇ ਵਿੱਚ ਕੰਮ ਵੀ ਹੁਣ ਕੋਵਿਡ-19 ਕਰਕੇ ਜਿੱਥੇ ਇੱਕ ਪਾਸੇ ਹਦਾਇਤਾਂ ਲੱਗੀਆਂ ਹੋਈਆਂ ਨੇ ਤਾਂ ਉੱਥੇ ਹੀ ਕੰਪਨੀਆਂ ਦੇ ਕੋਲ ਕੰਮ ਬਹੁਤ ਜ਼ਿਆਦਾ ਆਉਣ ਕਰਕੇ ਹੋਵੇਗਾ ਕਿ ਕਾਫੀ ਚਿਰ ਵੀ ਲੱਗ ਸਕਦਾ ਹੈ। ਪਰ ਜੋ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਤੂਫਾਨ ਕਿੰਨਾ ਭਿਆਨਕ ਸੀ। BC ਫੇਰੀਜ਼ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਇੱਕ ਕਾਮੇ ਦੀ ਮੌਤ ਹੋਈ ਹੈ। ਫਰੇਜ਼ਰ ਨਦੀ ਦੇ ਵਿੱਚ ਡਿੱਗਣ ਦੇ ਕਰਕੇ ਕਾਮੇ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। BC ਫੇਰੀਜ਼ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਫਲੀਟ ਮੇਨਟੇਨੈਂਸ ਯੂਨਿਟ ਜੋ ਕਿ ਰਾਈਸ ਮਿਲ ਰੂਟ ਦੇ ਉੱਤੇ ਜਾਰਜ ਮੈਸੀ ਟਨਲ ਦੇ ਪੱਛਮ ਵੱਲ ਮੌਜੂਦ ਹੈ, ਉੱਥੇ ਫਰੇਜ਼ਰ ਨਦੀ ਵਿੱਚ ਡਿੱਗਣ ਕਰਕੇ ਉਹਨਾਂ ਦੇ ਇੱਕ ਕਾਮੇ ਦੀ ਮੌਤ ਹੋ ਗਈ। ਰਿਚਮੰਡ RCMP ਸਰਚ ਐਂਡ ਰੈਸਕਿਊ ਕ੍ਰਿਊਜ਼ ਸਭ ਦੇ ਵੱਲੋਂ ਮਿਲ ਕੇ ਕਾਮੇ ਦੀ ਲਾਸ਼ ਨੂੰ ਫਰੇਜ਼ਰ ਨਦੀ ਦੇ ਵਿੱਚੋਂ ਕੱਢਿਆ ਗਿਆ, ਜਿਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ BC ਫੇਰੀਜ਼ ਤੋਂ ਦੱਸਿਆ ਗਿਆ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਦੁੱਖ ਹੋ ਰਿਹਾ ਹੈ ਉਸ ਕਾਮੇ ਦੇ ਦੋਸਤਾਂ, ਮਿੱਤਰਾਂ ਤੇ ਪਰਿਵਾਰਕ ਮੈਂਬਰਾਂ ਵਾਸਤੇ ਜਿਨ੍ਹਾਂ ਨੇ ਇੱਕ ਆਪਣੇ ਨੂੰ ਖੋ ਦਿੱਤਾ ਹੈ। ਇਸ ਦੇ ਉੱਤੇ ਹੁਣ ਜਾਂਚ ਚੱਲ ਰਹੀ ਹੈ। ਵਰਕ ਸੇਫ BC ਦੇ ਵੱਲੋਂ ਦੱਸਿਆ ਗਿਆ ਹੈ ਕਿ ਕਾਮੇ ਦੀ ਕੰਮ ਦੇ ਉੱਤੇ ਜਾਨ ਚਲੇ ਜਾਣ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਖੋਲ੍ਹ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜਦੋਂ ਕੋਈ ਇਸ ਦੇ ਉੱਤੇ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਹੀ ਉਹ ਜਾਣਕਾਰੀ ਦੇਣਗੇ। ਫਿਲਹਾਲ ਉਸ ਕਾਮੇ ਦੀ ਪਛਾਣ ਨੂੰ ਜਨਤਕ ਕਰਨ ਤੋਂ ਵੀ BC ਫੇਰੀਜ਼ ਨੇ ਇਨਕਾਰ ਕਰ ਦਿੱਤਾ ਹੈ। ਟਰਾਂਸਲਿੰਕ ਦੇ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਯਾਤਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮਾਸਕ ਪਾ ਕੇ ਹੀ ਬੱਸਾਂ ਦੇ ਵਿੱਚ ਆਉਣ ਜਾਂ ਜਿਹੜੇ ਵੀ ਸਟੇਸ਼ਨਸ ਦੇ ਉੱਤੇ ਜਾਂਦੇ ਨੇ, ਜਿਸ ਦੇ ਵਿੱਚ ਮਾਸਕ ਵੀ ਉਹਨਾਂ ਵੱਲੋਂ ਵੰਡੇ ਜਾ ਰਹੇ ਨੇ। ਟਰਾਂਸਲਿੰਕ ਦੇ ਵੱਲੋਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਨਾਮ ਵੀਅਰਿੰਗ ਇਜ਼ ਕੇਅਰਿੰਗ ਰੱਖਿਆ ਗਿਆ ਹੈ। ਇਸ ਮੁਹਿੰਮ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਯਾਤਰੀਆਂ ਨੂੰ ਮਾਸਕ ਪਾਉਣ ਦੇ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਟਰਾਂਸਲਿੰਕ ਦੇ ਵੱਲੋਂ ਮੈਟਰੋ ਵੈਨਕੂਵਰ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਮੁੱਖ ਸਟੇਸ਼ਨਸ ਦੇ ਉੱਤੇ ਮਾਸਕ ਵੰਡੇ ਜਾਣਗੇ। ਟਰਾਂਸਲਿੰਕ ਦੇ ਬ੍ਰਾਂਡ ਦੇ ਨਾਲ ਬਣੇ ਹੋਏ ਮਾਸਕ 15,000 ਦੀ ਗਿਣਤੀ ਦੇ ਵਿੱਚ ਵੰਡੇ ਜਾਣਗੇ ਆਉਂਦੇ ਕੁਝ ਹਫ਼ਤਿਆਂ ਦੇ ਦੌਰਾਨ। ਇਸ ਦੌਰਾਨ ਜੇਕਰ ਕਿਸੇ ਨੇ ਟਰਾਂਸਲਿੰਕ ਦੇ ਮਾਸਕ ਲੈਣੇ ਹੋਣ ਤਾਂ ਟਰਾਂਸਲਿੰਕ ਦੇ ਵੱਲੋਂ ਹਰ ਰੋਜ਼ ਟਵਿੱਟਰ ਦੇ ਉੱਤੇ ਲੋਕੇਸ਼ਨ ਸਾਂਝੀ ਕੀਤੀ ਜਾਵੇਗੀ, ਜਿਸ ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਕਿਹੜੀ ਲੋਕੇਸ਼ਨ ਦੇ ਉੱਤੇ ਉਸ ਦਿਨ ਮੈਟਰੋ ਵੈਨਕੂਵਰ ਦੇ ਵਿੱਚ ਮਾਸਕ ਮਿਲ ਰਹੇ ਨੇ ਤੇ ਉੱਥੋਂ ਮਾਸਕ ਲਏ ਜਾ ਸਕਦੇ ਨੇ। ਇਸ ਦੇ ਵਿੱਚ ਯਾਤਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਉਹ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ
ਤਾਂ ਮਾਸਕ ਪਾ ਕੇ ਹੀ ਉਸ ਦੇ ਵਿੱਚ ਆਉਣ ਤਾਂ ਕਿ ਉਹ ਖੁਦ ਨੂੰ ਤੇ ਨਾਲ ਹੀ ਦੂਜਿਆਂ ਨੂੰ ਸੁਰੱਖਿਅਤ ਰੱਖ ਸਕਣ ਹਵਾ ਦੇ ਵਿੱਚ ਫੈਲਦੇ ਕੀਟਾਣੂਆਂ ਤੋਂ। ਇਸ ਨਾਲ ਸੰਬੰਧਿਤ ਟਰਾਂਸਲਿੰਕ ਦੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ, ਜਿਸ ਦੇ ਵਿੱਚ ਨਾ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਦੇ ਵਾਸਤੇ ਉਹ ਮਾਸਕ ਵੰਡ ਰਹੇ ਨੇ, ਸਗੋਂ ਟਰਾਂਸਲਿੰਕ ਦੇ ਵੱਲੋਂ ਜੋ ਵੱਖੋ ਵੱਖਰੇ ਕਦਮ ਚੁੱਕੇ ਗਏ ਨੇ ਸੁਰੱਖਿਆ ਵਾਸਤੇ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਸਭ ਤੋਂ ਅਹਿਮ ਹੈ ਕਿ ਸੈਨੀਟਾਈਜ਼ਰ ਨੇ ਜੋ ਉਹ ਹਰ ਸਟੇਸ਼ਨ ਦੇ ਉੱਤੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਮੁੱਖ ਸਟੇਸ਼ਨਸ ਦੇ ਉੱਤੇ ਸੈਨੀਟਾਈਜ਼ਰ ਲਗਾਏ ਜਾ ਰਹੇ ਨੇ, ਜਿੱਥੇ ਕਿ ਜਿਹੜੇ ਵੀ ਯਾਤਰੀ ਪਹੁੰਚਦੇ ਨੇ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਨੇ। ਨਾਲ ਹੀ ਟਰਾਂਸਲਿੰਕ ਦੇ ਵੱਲੋਂ ਹਜੇ ਬੱਸਾਂ ਦੇ ਵਿੱਚ ਯਾਤਰੀਆਂ ਦੀ ਗਿਣਤੀ ਨੂੰ ਵੀ ਵਧਾਉਣ ਦਾ ਪਲਾਨ ਨਹੀਂ ਹੈ, ਜਿਸ ਦੇ ਵਿੱਚ ਕੁਝ ਉਸੇ ਤਰ੍ਹਾਂ ਜਿਵੇਂ ਪਹਿਲਾਂ ਚੱਲ ਰਿਹਾ ਸੀ, ਯਾਤਰੀ ਦੂਰ ਹੋ ਕੇ ਹੀ ਬੈਠਣਗੇ ਤੇ ਜ਼ਿਆਦਾ ਗਿਣਤੀ 'ਚ ਯਾਤਰੀਆਂ ਨੂੰ ਬੱਸਾਂ 'ਚ ਨਹੀਂ ਚੜਾਇਆ ਜਾ ਰਿਹਾ ਤੇ ਨਾਲ ਹੀ ਡਰਾਈਵਰਸ ਦੀ ਸੁਰੱਖਿਆ ਵਾਸਤੇ ਸ਼ੀਲਡਾਂ ਲਾਈਆਂ ਗਈਆਂ ਨੇ ਤੇ ਸਭ ਤੋਂ ਅਹਿਮ ਬੱਸਾਂ ਤੇ ਨਾਲ ਹੀ ਰੇਲ ਗੱਡੀਆਂ ਦੀ ਥੋੜੀ ਦੇਰ ਦੇ ਬਾਅਦ ਸਫਾਈ ਵੀ ਹੁੰਦੀ ਹੈ ਤੇ ਸੈਨੀਟਾਈਜੇਸ਼ਨ ਕੀਤੀ ਜਾਂਦੀ ਹੈ। ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੋਮਵਾਰ ਸਵੇਰ ਤੱਕ ਕਈ ਥਾਵਾਂ ਦੇ ਉੱਤੇ ਕਾਫੀ ਜ਼ਿਆਦਾ ਮੀਂਹ ਪਿਆ, ਜਿਸ ਦੇ ਕਰਕੇ ਹਾਲਾਤ ਇਹੋ ਜਿਹੇ ਹੋ ਗਏ ਸਨ ਕਿ ਧਰਤੀ ਨੇ ਪਾਣੀ ਆਪਣੇ ਅੰਦਰ ਸਮਾਉਣਾ ਬੰਦ ਕਰ ਦਿੱਤਾ ਤੇ ਕਾਫੀ ਥਾਵਾਂ ਦੇ ਉੱਤੇ ਸੜਕਾਂ ਵੀ ਟੁੱਟੀਆਂ ਨਜ਼ਰ ਆਈਆਂ। ਬ੍ਰਿਟਿਸ਼ ਕੋਲੰਬੀਆ ਦੇ ਕਈ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ, ਜਿਸ ਤੋਂ ਬਾਅਦ ਵਾਤਾਵਰਣ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਕਿ ਕਈ ਖੇਤਰਾਂ ਦੇ ਵਿੱਚ ਮੀਂਹ ਇੰਨਾ ਜ਼ਿਆਦਾ ਪੈ ਗਿਆ ਹੈ ਕਿ ਧਰਤੀ ਹੋਰ ਪਾਣੀ ਆਪਣੇ ਅੰਦਰ ਸਮਾ ਨਹੀਂ ਪਾ ਰਹੀ ਤੇ ਉਹ ਪਾਣੀ ਆਲੇ ਦੁਆਲੇ ਨੁਕਸਾਨ ਕਰ ਰਿਹਾ ਹੈ, ਜਿਸ ਤੋਂ ਬਾਅਦ ਕੁਝ ਤਸਵੀਰਾਂ ਇਹ ਵੀ ਸਾਹਮਣੇ ਆਈਆਂ ਕਿ ਕਈ ਸੜਕਾਂ ਉਸ ਪਾਣੀ ਦੇ ਨਾਲ ਹੀ ਰੁੜ ਕੇ ਚਲੀਆਂ ਗਈਆਂ, ਜਿਸ ਤੋਂ ਬਾਅਦ ਕਈ ਰੋਡ ਵੀ ਬੰਦ ਕੀਤੇ ਗਏ, ਟ੍ਰੈਫਿਕ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ এনवायरमेंट ਕੈਨੇਡਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਈ ਥਾਵਾਂ ਦੇ ਉੱਤੇ 30 ਤੋਂ 80 ਮਿਲੀਮੀਟਰ ਤੱਕ ਸੋਮਵਾਰ ਦੀ ਸਵੇਰ ਨੂੰ ਮੀਂਹ ਪਿਆ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜ਼ਿਆਦਾਤਰ ਉਹ ਭਾਈਚਾਰੇ ਪ੍ਰਭਾਵਿਤ ਹੋਏ ਨੇ ਜੋ ਹਡਸਨ ਜਾਂ ਹੋਪ ਦੇ ਨੇੜੇ ਰਹਿੰਦੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਉੱਥੇ ਜਿੱਥੇ ਮੀਂਹ ਦੇ ਕਰਕੇ ਕਾਫੀ ਇਸ ਸਮੇਂ ਨੁਕਸਾਨ ਹੋਇਆ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤੇ ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਕੁਝ ਸਮੇਂ ਦੇ ਵਿੱਚ ਉੱਥੇ ਹਾਲਾਤ ਆਮ ਵਰਗੇ ਵੀ ਹੋ ਜਾਣਗੇ। ਡੌਸਨ ਕ੍ਰੀਕ ਦੇ ਵੱਲੋਂ ਇਸ ਸਮੇਂ ਮਦਦ ਦਿੱਤੀ ਜਾ ਰਹੀ ਹੈ ਕਿ ਉਹ ਮੁਫਤ ਵਿੱਚ ਸੈਂਡ ਬੈਗ ਦੇ ਰਹੇ ਨੇ, ਜਿੱਥੇ ਵੀ ਹੜ੍ਹ ਦੇ ਕਰਕੇ ਲੋਕਾਂ ਨੂੰ ਲੋੜ ਹੈ ਉੱਥੇ ਉਹਨਾਂ ਦੇ ਵੱਲੋਂ ਪਾਣੀ ਨੂੰ ਰੋਕਣ ਦੇ ਵਾਸਤੇ ਮਦਦ ਦਿੱਤੀ ਜਾ ਰਹੀ ਹੈ। ਜਿਹੜੀਆਂ ਥਾਵਾਂ ਇਸ ਕਰਕੇ ਪ੍ਰਭਾਵਿਤ ਹੋਈਆਂ ਨੇ ਉੱਥੋਂ ਦੀਆਂ ਸੂਬਾ ਸਰਕਾਰਾਂ ਤੇ ਨਾਲ ਹੀ ਉੱਥੋਂ ਦੇ ਸੜਕ ਨਾਲ ਸੰਬੰਧਿਤ ਸਿਸਟਮ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਹੜੀਆਂ ਸੜਕਾਂ ਨੂੰ ਬੰਦ ਕੀਤਾ ਗਿਆ, ਕਿਹੜੀਆਂ ਨਹੀਂ, ਉਸ ਦੇ ਉੱਤੇ ਸਾਰੀ ਅਪਡੇਟ ਦਿੱਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਯੂਕੋਨ ਦੇ ਨਾਲ ਤੇ ਅਮਰੀਕਾ ਦੇ ਨਾਲ ਲੱਗਦੇ ਬਾਰਡਰਸ ਦੇ ਉੱਤੇ ਵੀ ਇਸ ਦਾ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਖਬਰ ਸਾਹਮਣੇ ਆਈ, ਹੋਪ ਦੇ ਕੋਲ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਨੇ ਪਿੰਜਰੇ 'ਚ ਪਾ ਕੇ ਭਾਲੂ ਦਾ ਬੱਚਾ ਰੱਖਿਆ ਹੋਇਆ ਸੀ, ਜਿਸ ਨੂੰ ਕਿ ਪੁਲਿਸ ਨੇ ਬਰਾਮਦ ਕੀਤਾ ਤਾਂ ਨਾਲ ਹੀ ਕਾਫੀ ਜ਼ਿਆਦਾ ਚੋਰੀ ਦਾ ਸਮਾਨ ਵੀ ਪੁਲਿਸ ਨੂੰ ਮਿਲਿਆ। ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪੂਰਬੀ ਖੇਤਰ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਕਿ ਇੱਕ ਭਾਲੂ ਦੇ ਬੱਚੇ ਨੂੰ ਪਿੰਜਰੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਡਸਨਸ ਹੋਪ ਦੇ ਵਿੱਚ ਫੈਰਲ ਕ੍ਰੀਕ ਦੇ ਵਿੱਚ ਇੱਕ ਘਰ ਸੀ, ਜਿੱਥੇ 9 ਜੂਨ ਨੂੰ ਉਹਨਾਂ ਨੇ ਇਹ ਗ੍ਰਿਫਤਾਰੀ ਕੀਤੀ, ਜਿੱਥੇ ਨਾ ਸਿਰਫ ਉਸਨੇ ਹਰੇ ਰੰਗ ਦੇ ਪਿੰਜਰੇ ਦੇ ਵਿੱਚ ਇੱਕ 6 ਤੋਂ 8 ਮਹੀਨੇ ਦਾ ਭਾਲੂ ਦਾ ਬੱਚਾ ਰੱਖਿਆ ਹੋਇਆ ਸੀ, ਸਗੋਂ ਨਾਲ ਹੀ ਉਸਦੇ ਘਰ ਦੇ ਵਿੱਚੋਂ ਕਾਫੀ ਜ਼ਿਆਦਾ ਚੋਰੀ ਦਾ ਸਮਾਨ ਵੀ ਮਿਲਿਆ, ਜਿੱਥੇ ਪੁਲਿਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੱਖੇ ਹੋਏ ਹਥਿਆਰ, ਕਈ ਔਜ਼ਾਰ ਤੇ 7 ਚੋਰੀ ਕੀਤੇ ਹੋਏ ਵਾਹਨ ਵੀ ਮਿਲੇ, ਜਿਨ੍ਹਾਂ ਦੇ ਵਿੱਚ ਪਿਕਅਪ ਟਰੱਕ ਵੀ ਸ਼ਾਮਲ ਸਨ, ਮੋਟਰਸਾਈਕਲ ਵੀ ਸਨ ਤੇ ਹੋਰ ਸਮਾਨ ਵੀ ਮੌਜੂਦ ਸੀ, ਜਿਸ ਤੋਂ ਬਾਅਦ ਕਈ ਮਾਮਲੇ ਉਸ ਦੇ ਉੱਤੇ ਦਰਜ ਕੀਤੇ ਗਏ ਨੇ ਤੇ ਭਾਲੂ ਦੇ ਬੱਚੇ ਨੂੰ ਵਾਈਲਡ ਲਾਈਫ ਸੈਂਚੁਰੀ ਦੇ ਕੋਲ ਸੌਂਪ ਦਿੱਤਾ ਗਿਆ। BC ਕੰਜ਼ਰਵੇਸ਼ਨ ਆਫੀਸਰ ਸਰਵਿਸ ਦੀ ਮਦਦ ਦੇ ਨਾਲ ਭਾਲੂ ਦੇ ਬੱਚੇ ਨੂੰ ਲਿਜਾਇਆ ਗਿਆ, ਜਿਸ ਤੋਂ ਬਾਅਦ RCMP ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਭਾਲੂ ਦੇ ਉਸ ਬੱਚੇ ਦੇ ਵਾਸਤੇ ਕਾਫੀ ਜ਼ਿਆਦਾ ਬੁਰਾ ਮਹਿਸੂਸ ਹੋਇਆ, ਜਿਨ੍ਹਾਂ ਕਿਹਾ ਕਿ ਉਹਨਾਂ ਨੇ ਅਜਿਹਾ ਪਹਿਲੀ ਵਾਰ ਦੇਖਿਆ ਕਿ ਇੱਕ ਭਾਲੂ ਦੇ ਬੱਚੇ ਨੂੰ ਇਸ ਤਰ੍ਹਾਂ ਪਿੰਜਰੇ ਦੇ ਵਿੱਚ ਪਾਇਆ ਹੋਇਆ ਹੋਵੇ। ਜਿਸ ਤੋਂ ਬਾਅਦ 25 ਸਾਲਾ ਜਸਟਿਨ ਥਿਬੋਲਡ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। BC ਵਾਈਲਡ ਲਾਈਫ ਐਕਟ ਦੇ ਅਧੀਨ ਕਾਨੂੰਨ ਦੀ ਉਲੰਘਣਾ ਕਰਨ ਦੇ ਵਾਸਤੇ ਵੀ ਮਾਮਲੇ ਦਰਜ ਹੋਏ ਨੇ ਤੇ ਨਾਲ ਹੀ ਚੋਰੀਆਂ ਕਰਨ ਦੇ ਮਾਮਲੇ ਵਿੱਚ ਵੀ ਤੇ ਨਾਲ ਹੀ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਵੀ ਕੇਸ ਦਰਜ ਹੋਏ ਨੇ, ਜਿਸ ਸੰਬੰਧੀ ਪੁਲਿਸ ਨੇ ਕਿਹਾ ਕਿ ਉਸ ਨੂੰ ਉਦੋਂ ਤੱਕ ਹਿਰਾਸਤ ਦੇ ਵਿੱਚ ਹੀ ਰੱਖਿਆ ਜਾਵੇਗਾ ਜਦੋਂ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾਂਦਾ। ਪਰ
ਉੱਥੇ ਹੀ ਇੱਕ 29 ਸਾਲਾ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਉੱਤੇ ਵੀ ਮਾਮਲੇ ਦਰਜ ਹੋਏ ਨੇ, ਪਰ ਉਸ ਨੂੰ ਫਿਲਹਾਲ ਦੇ ਲਈ ਛੱਡ ਦਿੱਤਾ ਗਿਆ ਜਦੋਂ ਤੱਕ ਅਦਾਲਤ ਵਿੱਚ ਉਸ ਦੀ ਪੇਸ਼ੀ ਨਹੀਂ ਹੁੰਦੀ। ਪੁਲਿਸ ਨੇ ਕਿਹਾ ਕਿ ਜੇਕਰ ਕਿਤੇ ਵੀ ਚੋਰੀ ਦਾ ਕੋਈ ਪੀੜਤ ਹੋਵੇ ਜਿਸ ਨੂੰ ਲੱਗਦਾ ਹੈ ਕਿ ਜੋ ਇਹ ਸਮਾਨ ਚੋਰੀ ਦਾ ਮਿਲਿਆ ਹੈ ਉਸ ਵਿੱਚ ਉਸ ਦਾ ਵੀ ਸਮਾਨ ਹੋ ਸਕਦਾ ਹੈ, ਤਾਂ RCMP ਦੇ ਨਾਲ 2507835241 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦਿਖਾਉਣਾ ਹੈ ਕਿ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਅੰਕੜੇ ਕਿੰਨੇ ਹੋ ਗਏ ਨੇ, ਕਿੰਨੇ ਐਕਟਿਵ ਕੇਸ ਨੇ ਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਵਿੱਚ ਐਕਟਿਵ ਕੇਸ ਕਰੀਬ 440 ਨੇ, ਮੌਤਾਂ 151 ਹੋ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਐਕਟਿਵ ਕੇਸ ਕਰੀਬ 182 ਨੇ, 168 ਮੌਤਾਂ ਹੋ ਚੁੱਕੀਆਂ ਨੇ। ਮੈਨੀਟੋਬਾ ਦੇ ਵਿੱਚ ਕਰੀਬ 5 ਐਕਟਿਵ ਕੇਸ ਨੇ ਤੇ 7 ਮੌਤਾਂ ਹੋ ਚੁੱਕੀਆਂ ਨੇ। ਨਿਊ ਬ੍ਰੰਸਵਿਕ ਦੇ ਵਿੱਚ ਕਰੀਬ 32 ਐਕਟਿਵ ਕੇਸ ਨੇ ਤੇ 2 ਮੌਤਾਂ ਹੋ ਚੁੱਕੀਆਂ ਨੇ। ਨਿਊਫਾਊਂਡਲੈਂਡ ਦੇ ਵਿੱਚ ਕਰੀਬ 1 ਐਕਟਿਵ ਕੇਸ ਹੈ ਤੇ 3 ਮੌਤਾਂ ਹੋ ਚੁੱਕੀਆਂ ਨੇ। ਨੋਵਾ ਸਕੋਸ਼ੀਆ ਦੇ ਵਿੱਚ ਕਰੀਬ 3 ਐਕਟਿਵ ਕੇਸ ਨੇ ਤੇ 62 ਮੌਤਾਂ ਹੋ ਚੁੱਕੀਆਂ ਨੇ। ਓਨਟਾਰੀਓ ਦੇ ਵਿੱਚ ਕਰੀਬ 2578 ਐਕਟਿਵ ਕੇਸ ਨੇ ਤੇ 2579 ਮੌਤਾਂ ਹੋ ਚੁੱਕੀਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਕੋਈ ਵੀ ਐਕਟਿਵ ਕੇਸ ਨਹੀਂ ਹੈ। ਕਿਊਬੈਕ ਦੇ ਵਿੱਚ ਕਰੀਬ 26,599 ਐਕਟਿਵ ਕੇਸ ਨੇ ਤੇ 5242 ਮੌਤਾਂ ਹੋ ਚੁੱਕੀਆਂ ਨੇ। ਸਸਕੈਚਵਨ ਦੇ ਵਿੱਚ ਕਰੀਬ 41 ਐਕਟਿਵ ਕੇਸ ਨੇ ਤੇ 13 ਮੌਤਾਂ ਹੋ ਚੁੱਕੀਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ ਇੱਕ ਵੀ ਐਕਟਿਵ ਕੇਸ ਨਹੀਂ ਹੈ ਤੇ ਨਾ ਹੀ ਯੂਕੋਨ ਦੇ ਵਿੱਚ ਹੈ। ਕੈਨੇਡਾ ਭਰ ਵਿੱਚ 2020 ਚ ਵੱਖੋ ਵੱਖਰੇ ਸਟੋਰ ਕਈ ਬੰਦ ਹੋ ਰਹੇ ਨੇ। ਕਈ ਬ੍ਰਾਂਡਸ ਦੇ ਸਟੋਰ ਬੰਦ ਹੋਣ ਦੇ ਬਾਰੇ ਜੋ ਜਾਣਕਾਰੀ ਵੱਖੋ ਵੱਖਰੇ ਬ੍ਰਾਂਡਸ ਦੇ ਵੱਲੋਂ ਦਿੱਤੀ ਗਈ ਹੈ ਉਸ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ। ਤੁਹਾਨੂੰ ਦਿਖਾਉਣਾ ਹੈ ਕਿ ਆਖਿਰ ਕਿਹੜੇ ਮੁੱਖ ਬ੍ਰਾਂਡ ਨੇ ਜਿਹੜੇ ਕਿ ਆਪਣੇ ਸਟੋਰ ਕੈਨੇਡਾ ਵਿੱਚ ਜਾਂ ਪੱਕੇ ਤੌਰ ਦੇ ਉੱਤੇ ਜਾਂ ਫਿਰ ਸਾਰੇ ਸਟੋਰ ਜਾਂ ਫਿਰ ਕੁਝ ਸਟੋਰ ਬੰਦ ਕਰ ਰਹੇ ਨੇ। ਕੈਨੇਡਾ ਭਰ ਵਿੱਚ ਰੀਟੇਲ ਸੈਕਟਰ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਸੀ ਕੋਵਿਡ-19 ਦੇ ਆਉਣ ਤੋਂ। ਇਸ ਦਾ ਸਬੂਤ ਉਦੋਂ ਸਾਹਮਣੇ ਆ ਜਾਂਦਾ ਹੈ ਜਦੋਂ ਵੱਡੀ ਗਿਣਤੀ ਦੇ ਵਿੱਚ ਬ੍ਰਾਂਡਸ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਉਹ ਆਪਣੀਆਂ ਜਾਂ ਤਾਂ ਸੈਂਕੜੇ ਲੋਕੇਸ਼ਨਸ ਨੂੰ ਬੰਦ ਕਰ ਰਹੇ ਨੇ ਜਾਂ ਫਿਰ ਉਹ ਪੂਰੀ ਤਰ੍ਹਾਂ ਕੈਨੇਡਾ ਵਿੱਚ ਆਪਣੀ ਹਰ ਲੋਕੇਸ਼ਨ ਨੂੰ ਬੰਦ ਕਰ ਦੇਣਗੇ। ਹੁਣ ਤੁਹਾਨੂੰ ਦੱਸਾਂਗੇ ਕਿ ਇਸ ਦੌਰਾਨ ਕਿੰਨੇ ਵੱਡੇ ਬ੍ਰਾਂਡ ਨੇ ਜਿਨ੍ਹਾਂ ਦੇ ਵੱਲੋਂ ਕੈਨੇਡਾ ਦੇ ਵਿੱਚ 2020 ਦੇ ਦੌਰਾਨ ਆਪਣੀਆਂ ਲੋਕੇਸ਼ਨਸ ਨੂੰ ਬੰਦ ਕਰ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ ਦੱਸਦੇ ਕਿ ਦ ਚਿਲਡਰਨਸ ਪਲੇਸ ਦੇ ਵੱਲੋਂ ਤਕਰੀਬਨ 200 ਲੋਕੇਸ਼ਨਸ ਨੂੰ ਜਿਨ੍ਹਾਂ ਦੇ ਕੋਲ ਬੱਚਿਆਂ ਦੇ ਕੱਪੜੇ ਹੁੰਦੇ ਨੇ ਇਸ ਸਾਲ ਬੰਦ ਕਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਗਲੇ ਸਾਲ 100 ਹੋਰ ਲੋਕੇਸ਼ਨਸ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੰਦ ਕੀਤੀਆਂ ਜਾਣਗੀਆਂ, ਜਿਸ ਦੇ ਬਾਰੇ ਜੂਨ 11 ਨੂੰ ਉਹਨਾਂ ਨੇ ਐਲਾਨ ਕੀਤਾ। ਸਟਾਰਬਕਸ ਦੇ ਵੱਲੋਂ ਐਲਾਨ ਕੀਤਾ ਗਿਆ ਸੀ 10 ਜੂਨ ਨੂੰ ਕਿ ਉਹਨਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਆਉਂਦੇ 2 ਸਾਲ ਦੇ ਦੌਰਾਨ 200 ਲੋਕੇਸ਼ਨਸ ਨੂੰ ਬੰਦ ਕੀਤਾ ਜਾਵੇਗਾ। ਆਊਟਡੋਰ ਰਿਟੇਲਰ ਸੇਲ ਦੇ ਵੱਲੋਂ ਕਿਹਾ ਗਿਆ ਸੀ ਕਿ 4 ਜੂਨ ਨੂੰ ਉਹਨਾਂ ਨੇ ਐਲਾਨ ਕੀਤਾ ਕਿ ਉਹ ਕਿਊਬੈਕ ਵਿੱਚ 4 ਤੇ ਓਨਟਾਰੀਓ ਵਿੱਚ ਆਪਣੀਆਂ 2 ਲੋਕੇਸ਼ਨਸ ਨੂੰ ਬੰਦ ਕਰ ਦੇਣਗੇ, ਜਿਸ ਤੋਂ ਬਾਅਦ ਇਹਨਾਂ 2 ਸੂਬਿਆਂ ਦੇ ਵਿੱਚ ਸਿਰਫ ਉਹਨਾਂ ਦੇ 12 ਆਊਟਲੈਟ ਹੀ ਖੁੱਲੇ ਰਹਿਣਗੇ। ਵਿਕਟੋਰੀਆ ਸੀਕ੍ਰੇਟ ਐਂਡ ਬਾਥ ਐਂਡ ਬੋਡੀ ਵਰਕਸ ਇਸ ਬ੍ਰਾਂਡ ਦੇ ਵੱਲੋਂ ਐਲਾਨ ਕੀਤਾ ਗਿਆ ਸੀ 20 ਮਈ ਨੂੰ, ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੇ ਆਪਣੀ ਕੈਨੇਡਾ ਦੇ ਵਿੱਚ 38 ਲੋਕੇਸ਼ਨਸ ਦੇ ਵਿੱਚੋਂ 13 ਨੂੰ ਬੰਦ ਕਰ ਦੇਣਾ ਹੈ ਤੇ ਇਸ ਦੇ ਨਾਲ ਹੀ ਆਪਣੀ ਇੱਕ ਬਾਥ ਐਂਡ ਬੋਡੀ ਵਰਕਸ ਦੀ ਲੋਕੇਸ਼ਨ ਨੂੰ ਵੀ ਬੰਦ ਕਰ ਦੇਣਾ ਹੈ। ਐਲਡੋ ਮੌਂਟਰੀਅਲ ਤੋਂ ਕੰਪਨੀ ਦ ਐਲਡੋ ਗਰੁੱਪ ਦੇ ਵੱਲੋਂ ਮਈ 7 ਨੂੰ ਐਲਾਨ ਕੀਤਾ ਗਿਆ ਕਿ ਉਹ ਇਸ ਸਮੇਂ ਸਿਰਫ ਸਿਹਤ ਕਰਕੇ ਸੁਰੱਖਿਆ ਨੂੰ ਲੈ ਕੇ ਬੰਦ ਕਰ ਰਹੇ ਨੇ ਆਪਣੀ ਸਾਰੀਆਂ ਲੋਕੇਸ਼ਨਸ ਨੂੰ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੱਕ ਉਹਨਾਂ ਨੂੰ ਸਿਹਤ ਅਧਿਕਾਰੀਆਂ ਦੇ ਵੱਲੋਂ ਪਰਮਿਟ ਮਿਲ ਜਾਂਦਾ ਹੈ ਉਸ ਤੋਂ ਬਾਅਦ ਇਹ ਖੁੱਲਣਗੀਆਂ। ਪਰ ਇਸ ਦੇ ਉੱਤੇ ਹੁਣ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਹੈ ਕਿ ਐਲਡੋ ਵੱਲੋਂ ਆਪਣੇ ਕਈ ਲੋਕੇਸ਼ਨਸ ਨੂੰ ਪੱਕੇ ਤੌਰ ਦੇ ਉੱਤੇ ਹੁਣ ਬੰਦ ਕਰ ਦਿੱਤਾ ਜਾਵੇ। ਪੀਅਰ 1 ਘਰਾਂ ਨੂੰ ਸਜਾਉਣ ਦੇ ਵਾਸਤੇ ਇਹ ਚੇਨ ਹੈ ਪੀਅਰ 1, ਜਿਨ੍ਹਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਫਰਵਰੀ 17 ਨੂੰ ਕਿ ਕੈਨੇਡਾ ਵਿੱਚ ਉਹਨਾਂ ਨੇ ਆਪਣੇ ਸਾਰੇ ਹੀ ਸਟੋਰ ਬੰਦ ਕਰ ਦੇਣੇ ਨੇ ਕਿਉਂਕਿ ਕੰਪਨੀ ਨੇ ਅਮਰੀਕਾ ਦੇ ਵਿੱਚ ਬੈਂਕਰਪਸੀ ਵੀ ਫਾਈਲ ਕੀਤੀ ਹੋਈ ਸੀ। ਬੈਂਚ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਜਨਵਰੀ 22 ਨੂੰ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੇ ਆਪਣੀਆਂ ਸਾਰੀਆਂ 24 ਲੋਕੇਸ਼ਨਸ ਨੂੰ ਹੁਣ ਬੰਦ ਕਰ ਦੇਣਾ ਹੈ। 10,000 ਵਿਲੇजेस ਇਹਨਾਂ ਦੇ ਵੱਲੋਂ ਜਨਵਰੀ 21 ਨੂੰ ਐਲਾਨ ਕੀਤਾ ਗਿਆ ਸੀ ਕਿ ਇਹ ਆਪਣੇ ਸਟੋਰਸ ਨੂੰ ਬੰਦ ਕਰ ਦੇਣਗੇ। ਜ਼ਿਆਦਾਤਰ ਸਟੋਰ ਨੇ ਜਿਹੜੇ ਉਹ ਬੰਦ ਕਰ ਦਿੱਤੇ ਜਾਣਗੇ, ਸਾਰੇ ਨਹੀਂ ਕੀਤੇ ਜਾਣਗੇ ਇਹਨਾਂ ਵੱਲੋਂ। ਲਿੰਕਸ ਆਫ ਲੰਡਨ ਇਹ ਇੱਕ ਕਾਫੀ ਲਗਜ਼ਰੀਅਸ ਬ੍ਰਾਂਡ ਹੈ ਜਿਨ੍ਹਾਂ ਨੇ ਪਲਾਨ ਕੀਤਾ ਸੀ ਕਿ ਕੈਨੇਡਾ ਦੇ ਵਿੱਚ ਕਾਫੀ ਗਿਣਤੀ 'ਚ ਸਟੋਰ ਖੋਲੇ ਜਾਣਗੇ। ਸਾਲ 2016 ਦੇ ਵਿੱਚ ਅਜਿਹਾ ਐਲਾਨ ਹੋਇਆ ਸੀ
ਪਰ ਉਸ ਐਲਾਨ ਤੋਂ ਬਾਅਦ ਵੀ ਸਿਰਫ 5 ਸਟੋਰ ਹੀ ਦੇਸ਼ ਦੇ ਵਿੱਚ ਖੋਲ੍ਹੇ ਗਏ ਤੇ ਉਹਨਾਂ ਨੂੰ ਵੀ 10 ਜਨਵਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਬਾਰੇ ਐਲਾਨ ਕਰ ਦਿੱਤਾ ਗਿਆ ਸੀ। ਬੋਸ ਜੋ ਕਿ ਅਮਰੀਕਾ ਦੀ ਆਡੀਓ ਇਕਵਿਪਮੈਂਟ ਦੀ ਕੰਪਨੀ ਹੈ ਤੇ ਇਸ ਦੇ ਵਾਸਤੇ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਬਚਦੇ 24 ਸਟੋਰਸ ਵੀ ਕੈਨੇਡਾ ਦੇ ਵਿੱਚ ਬੰਦ ਕਰ ਦੇਣਗੇ। ਜਿਨ੍ਹਾਂ ਨੇ ਆਪਣੇ 119 ਲੋਕੇਸ਼ਨਸ ਦੁਨੀਆ ਭਰ ਦੇ ਵਿੱਚ ਸਨ ਉਹਨਾਂ ਨੂੰ ਬੰਦ ਕੀਤਾ ਹੈ, ਜਿਨ੍ਹਾਂ ਨੇ ਜਨਵਰੀ ਦੀ ਸ਼ੁਰੂਆਤ ਵਿੱਚ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਐਲਾਨ ਕੀਤਾ ਸੀ। ਤਾਂ ਕੁਝ ਇਸ ਤਰ੍ਹਾਂ ਰਿਟੇਲ ਦੀ ਮਾਰਕੀਟ ਦੇ ਵਿੱਚ ਕਿੰਨੇ ਜਿਹੜੇ ਸਟੋਰ ਨੇ ਬੰਦ ਕਰਨੇ ਪਏ ਨੇ, ਵੱਖੋ ਵੱਖਰੇ ਕਾਰਨ ਇਸ ਦੇ ਪਿੱਛੇ ਰਹੇ ਨੇ। ਸਿਰਫ ਕੋਵਿਡ-19 ਹੀ ਨਹੀਂ, ਕਿਉਂਕਿ ਕੋਵਿਡ-19 ਦੇ ਆਉਣ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਐਲਾਨ ਕਰ ਦਿੱਤੇ ਗਏ ਸਨ ਤੇ ਸਾਰੇ ਜੋ ਤੁਹਾਨੂੰ ਜਾਣਕਾਰੀ ਦਿੱਤੀ ਹੈ, ਕੈਨੇਡਾ ਦੇ ਵਿੱਚ ਇਹਨਾਂ ਬ੍ਰਾਂਡਸ ਦੇ ਵੱਲੋਂ ਆਪਣੇ ਸਟੋਰਸ ਨੂੰ ਜਾਂ ਪੱਕੇ ਤੌਰ ਤੇ ਜਾਂ ਕੁਝ ਗਿਣਤੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਜਾਂ ਆਉਂਦੇ ਕੁਝ ਦਿਨਾਂ 'ਚ ਬੰਦ ਕਰ ਦਿੱਤਾ ਜਾਵੇਗਾ 2020 ਦੇ ਦਰਮਿਆਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।